हर नाम बाणी गुरु गुरु है बाणी विच बाणी अमृत सारे गुर बाणी कहे सेवक जन मानै पर तख गुरु निस्तारे बाणी बिरलो विचारसी जे को गुरमुख होए एह बाणी महापुरख की निज कर वासा होए। श्री राग महला तीजा जे वेला वखत विचारिय ताकित वेला भगत होए अन दिन नामे रतिया सच्चे सच्ची सोए एक तिल प्यारा विसरै भगत कनेही होए मन तन शीतल साच स्योम सास न बिरथा कोए मेरे मन हर का नाम त्याए साची भगत ताथिय जहाँ हर वस मन आए रहा सहजे खेती राहिय सच नाम बीज पाए खेती जमी अगली मनुआ रजा सहज सुबाए गुर का शब्द अमृत है जित पीत तिख जाए एह मन साचा सच रता सच्चे रहे असमाए आखन वेखन बोलना शब्दे रहे असमाए बाणी वजी चौह जुगी
सचो सच सुनाए हाँ मैं मेरा रह गया सच्चे लया मिलाए तिनका महल दूर है जो सच रहे लिवलाए नदरी नाम त्याई वेण कर्मा पाया ना जाए पूरे भाग सत संगत लहै सतगुर भेट जिसे आए अन दिन नामे रतियां दुख बिखिया विचों जाए नानक शब्द मिलावड़ा नामे नाम समाए अन दिन नामे रतियां दुख बिखिया विचों जाए नानक शब्द मिलावड़ा नामे नाम समाए। वाहिगुरु जी का खालसा वाहिगुरु जी की फतेह। श्री राग महला तीजा ये पावन शब्द जो 35 अंग ते दर्ज है। इस शब्द की विचार भाई बलविंदर सिंह जी जन्म स्थान संत जरनैल सिंह जी पिंडरांवाला जो उन्हां दे अस्थान ते गुरु घर स्थापित होया है। उस अस्थान दे हेड ग्रंथी साहब इस कथा की सेवा निभाउणगे। सिंह साहब भाई जसबीर सिंह जी खालसा साबका जथेदार श्री अकाल तखत साहब ये उन्हां दे मार्फत साडे कोल आए ने। प्रबंधक सेवादारां वल्लों बहुत बहुत धन्यवाद। एक दिन दी आप जी दी सेवा है। अज शहीदां दे सरताज बाणी दे बोहित शांति दे पुंज सतगुरु पंजवें पातशाह गुरु अर्जन देव महाराज जी का गुरता गद्दी निशानी गुरपुरब है। आप सारिया संगतां नूं लख 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 वधाइयां। कल धन श्री गुरु ग्रंथ साहब महाराज जी का संपूर्णता दिवस है। चौथे पातशाह सोढी सुल्तान सतगुरु जी का ज्योति जोत समाउण का गुरपुरब है। इन्हां सारे समयां ते आप जी सेवा करके हाजरियां भर के गुरु कियां बख्शिशां प्राप्त करनियां। गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते आप जी बैड तो लैके वेंटीलेटर तक कोई भी सेवा
ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੋਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਭਿਖਿਆ ਸੇ ਫਿਰ ਗਰਭਾਸ ਨਾ ਪਰਿਆਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਤੀਜਾ। ਜੇ ਵੇਲਾ ਵਕਤ ਵਿਚਾਰੀਐ ਤਾ ਕਿਤ ਵੇਲਾ ਭਗਤ ਹੋਏ। ਆਨ ਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ। ਜੇ ਵੇਲਾ ਵਕਤ ਵਿਚਾਰੀਐ ਤਾ ਕਿਤ ਵੇਲਾ ਭਗਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਐਥੈ ਉਥੈ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਦੀਨਾਨਾਥ ਦੀਨਾ ਬੰਧੂ ਧੰਨ ਧੰਨ ਬਾਲਾ ਪ੍ਰੀਤਮ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਗੁਰਸਿੱਖ ਮਾਈ ਭਾਈ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਗਰੀਬ ਨਵਾਜ਼ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ।
ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ, ਗੁਰੂ ਕੀ ਸੰਗਤ, ਗੁਰਬਾਣੀ, ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਆਪ ਸੰਗਤ ਨੇ ਸੰਗਤ ਰੂਪ ਦੇ ਅੰਦਰ ਸੁਣਨਾ ਕੀਤਾ ਹੈ। ਜੋ ਲੜੀਵਾਰ ਤੁਰਕੀ ਗੁਰਬਾਣੀ ਦੀ ਕਥਾ ਆਰੰਭ ਹੈ, ਉਸ ਦਾ ਸਮਾਂ ਹੋਇਆ ਹੈ। ਸਤਿਗੁਰੂ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਸਮੁੱਚੀਆਂ ਹੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਬੜੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਮਨਾਇਆ ਹੈ। ਇਤਿਹਾਸ ਦੇ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਬਾਣੀ ਲਿਖਵਾਈ ਹੈ, ਸਰੂਪ ਤਿਆਰ ਹੋ ਗਿਆ ਹੈ, ਉਦੋਂ ਮਹਾਰਾਜ ਜੀ ਦੇ ਮਨ ਅੰਦਰ ਇਹ ਖਿਆਲ ਆਇਆ, ਹਿਰਦੈ ਵਿਚਾਰਨ ਸ੍ਰੀ ਗੁਰ ਕਰੈ, ਟਹਿਲ ਗ੍ਰੰਥ ਕੀ ਕੌਣ ਸੁਤਰੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਹੁਤ ਵੱਡੀ ਸੇਵਾ ਹੈ, ਇਹਦੀ ਸੇਵਾ ਕੌਣ ਕਰੇਗਾ, ਪ੍ਰਕਾਸ਼ ਕਰਨ ਦੀ, ਸੁਖਾਸਨ ਕਰਨ ਦੀ। ਫਿਰ ਸੱਚੇ ਪਾਤਸ਼ਾਹ ਨੇ ਸੋਚਿਆ ਕਿ ਬੇਦੀ ਵੰਸ਼, ਤੇਹਣ ਵੰਸ਼, ਭੱਲੇ ਵੰਸ਼। ਫਿਰ ਮਹਾਰਾਜ ਕਹਿੰਦੇ ਨਹੀਂ, ਇਹ ਸੇਵਕ ਕੀ ਵਸਤ ਸਦੀਵਾ, ਨਿਰਹੰਕਾਰ ਜਿਨਹੋ ਮਨ ਨੀਵਾ। ਬਹੁਤ ਵੱਡੇ ਬਚਨ ਮਹਾਰਾਜ ਜੀ ਨੇ ਕਹੇ ਕਿ ਭਾਈ ਇਹ ਜਿਹੜੀ ਸੇਵਾ ਹੈ, ਸੇਵਕ ਦੇ ਵਸੀਕਾਰ ਹੈ। ਜਿਸ ਗੁਰਸਿੱਖ ਦੇ ਅੰਦਰ ਨਿਮਰਤਾ ਹੈ, ਪ੍ਰੇਮ ਹੈ, ਭਾਵਨਾ ਹੈ, ਉਹੀ ਇਹ ਸੇਵਾ ਦੇ ਯੋਗ ਹੋ ਸਕਦਾ ਹੈ। ਉਹ ਕੌਣ ਨੇ? ਉਹ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ। ਮਹਾਰਾਜ ਜੀ ਨੇ ਹੁਕਮ ਕੀਤਾ, ਜਿਸ ਵਕਤ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਨਾ ਹੈ ਤੇ ਸਰੂਪ ਲੈ ਕੇ ਆਉਣਾ ਹੈ, ਸਵਾਰੀ ਲੈ ਕੇ ਆਉਣੀ ਹੈ, ਉਸ ਵਕਤ ਤੋਂ ਇਤਿਹਾਸ ਦੇ ਮਹਾਕਵੀ ਲਿਖਦੇ ਹਨ, ਸਤਿਗੁਰੂ ਜੀ ਨੇ ਹੁਕਮ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ, ਬੁੱਢਾ ਨਿਜ ਸਿਰ ਧਰ ਪਰ ਗ੍ਰੰਥ, ਆਗੇ ਚਲੋ ਸੁਦਾਸਰ ਪੰਥ, ਮਾਨ ਬਾਖਲੇ ਭਇਓ ਅਗਾਰੇ, ਚਮਰ ਗੁਰੂ ਅਰਜਨ ਕਰ ਤਾਰੇ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀਆਂ ਨੇ ਆਪਣੇ ਸੀਸ ਦੇ ਉੱਪਰ ਮਹਾਰਾਜ ਜੀ ਦਾ ਸਵਾਰਾ ਲਿਆ, ਪ੍ਰੇਮ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਤੁਰ ਪਏ ਹਨ ਤੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਚੌਰ ਸਾਹਿਬ ਦੀ ਸੇਵਾ ਕਰ ਰਹੇ ਹਨ। ਤੇ ਉਸ ਵਕਤ ਸਾਧ ਸੰਗਤ ਜੀ ਬਹੁਤ ਨਗਾਰੇ ਵੱਜੇ ਨੇ, ਬੜੇ ਸੰਖ ਵੱਜੇ ਹਨ, ਜੈ ਜੈਕਾਰ ਊਚ ਸੁਰ ਗਾਜੇ। ਹੌਲੀ ਹੌਲੀ ਚਲਦਿਆਂ ਚਲਦਿਆਂ ਹਰਿਮੰਦਰ ਮੈਂ ਜਾਏ ਪਹੁੰਚੇ, ਰਾਗੀ ਕਰਤ ਰਾਗ ਸੁਰ ਉੱਚੇ। ਹਰਿਮੰਦਰ ਸਾਹਿਬ ਅੰਦਰ ਪਹੁੰਚ ਗਏ। ਬਾਬਾ ਬੁੱਢਾ ਸਾਹਿਬ ਦੇ ਸਿਰ ਦੇ ਉੱਪਰ, ਸੀਸ ਦੇ ਉੱਪਰ ਮਹਾਰਾਜ ਜੀ ਦਾ ਸਵਾਰਾ ਹੈ। ਸਤਿਗੁਰੂ ਸਾਹਿਬ ਜੀ ਚੌਰ ਕਰ ਰਹੇ ਨੇ, ਸਾਰੀਆਂ ਸੰਗਤਾਂ ਨਾਲ ਨੇ। ਉਸ ਵਕਤ ਜਿਹੜੇ ਗੁਰੂ ਕੇ ਰਬਾਬੀ ਸਿੱਖ ਹਨ, ਉੱਚੀ ਰਾਗ ਦੇ ਅੰਦਰ ਸਾਧ ਸੰਗਤ ਜੀ ਕੀਰਤਨ ਕਰ ਰਹੇ ਹਨ। ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ, ਸਤਿਗੁਰੂ ਮਹਾਰਾਜ ਜੀ ਦਾ ਸਵਾਰਾ ਰੱਖਿਆ ਗਿਆ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਵਾਰ ਭੋਗ ਕੋ ਸੁਨਮਨ ਲਾਈ, ਸ਼੍ਰੀ ਅਰਜੁਨਪੁਰ ਗਿਰਾ ਅਲਾਈ। ਫਿਰ ਬਚਨ ਕੀਤੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਨੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਕੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਪਾਵਨ ਸ਼੍ਰੀ ਮੁਖ ਵਾਕ ਆਇਆ, ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਤਰ੍ਹਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਫਿਰ ਹੁਕਮ ਕੀਤਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਅੰਦਰ ਬਹੁਤ ਵੱਡੀ ਸ਼ਕਤੀ ਹੈ, ਇਸ ਨੂੰ ਸ਼ਰਧਾ ਦੇ ਨਾਲ ਆਪਣਾ ਗੁਰੂ ਮੰਨਣਾ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਆਪ ਵੀ ਬੜਾ ਅਦਬ ਕੀਤਾ, ਬੜਾ ਸਤਿਕਾਰ ਕੀਤਾ। ਤੇ ਫਿਰ ਗਰੀਬ ਨਿਵਾਜ ਨੇ ਇਹ ਵੀ ਬਚਨ ਕੀਤੇ ਕਿ ਜਿਹੜਾ ਵੀ ਗੁਰਸਿੱਖ ਮਾਈ ਭਾਈ ਸ਼ਬਦ ਤੇ ਸ਼ਰਧਾ ਰੱਖੇਗਾ, ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖੇਗਾ, ਉਹਦੀ ਹਰੇਕ ਇੱਛਾ ਪੂਰੀ ਹੋਵੇਗੀ। ਧਰਮ ਅਰਥ ਕਾਮ
मोह का दाता। जितड़े फल मन बाछीए तितड़े सतगुर पास। दुनिया के जिन्ने सुख ने सहूलतां ने वो गुरु ग्रंथ साहिब महाराज जी के कोल हन। ये तां मिलणगियां जे साडा विश्वास, साडी शरधा साध संगत जी गुरु ग्रंथ साहिब ते होवेगी। रहो विचार जो लड़ीवार तुरकी गुरबाणी दी विचार चल रही है। आओ मन बिरतियां नूं सतगुरां दे चरणां अंदर जोड़िए, शब्द दी विचार दे नाल जुड़िए। आखो जी सतनाम श्री वाहे गुरु साहिब जी। ਵਾਹਿਗੁਰੂ ਜੀ। श्री राग महला तीजा। श्री राग दे अंदर तीसरे पातशाह महान सेवा दे पुंज निमरता दे सोमे श्री गुरु अमरदास महाराज किरपा कर रहे हैं, जिन्हां दे बाबत पटा ने जिक्र किया है। कन हर बूंद बसो रोमावल, कुसुम बसंत गणंत न आवै। रव सस किरण उदर सागर को, गंग तरंग अंत को पावै। रुद्र ध्यान ज्ञान सतगुर के, कब जन पल उन्हें जो गावै। भले अमरदास गुण तेरे, तेरी उपमा तोहे बन आवे। पाठ साहिबान कहते गुरु अमरदास महाराज तुहाडी जिहड़ी वडियाई है, तुहाडी जिहड़ी उपमा है वो आप जी नूं ही बन आउंदी है। ऐसे दीन दयाल सतगुरु महाराज साडे ते किरपा कर रहे ने। सिखा ने बेनती की महाराज हिंदू धर्म के अंदर 3 वक्त की संध्या मन्नी है। इस्लाम धर्म के अंदर 5 वक्त की नमाज मन्नी है। तो महाराज असीं किहड़े वेले साधना करिए, किहड़े वेले भगती करिए, आप जी साडे ते किरपा करो। तो हुण गरीब नवाज अगे बख्शिश करते हैं जी। जे वेला वक्त विचारीਐ ता कित वेला भगत होए। सतगुरु जी कहन लगे गुरसिखो, जे करके वेला नाम हुंदा है साध संगत जी समय दा। वेला शब्द जिहड़ा है हिंदी दा है ते वक्त जिहड़ा शब्द है फारसी दा है। वेला जिहड़ा है 4 घड़ियां दा मन्निया है। इसे तरह वेला जिहड़ा है ये दिन दा मन्निया है ते जिहड़ा वक्त है रात दा मन्निया है। जिस तरह हिंदू धर्म के अंदर 3 वार साध संगत जी संध्या की जाती है, इसे तरह इस्लाम धर्म के अंदर 5 वक्त की नमाज पढ़ी जाती है। तो सतगुरु जी कहन लगे भाई जे तुसी वेले दा वक्त दा विचार कर लग पे कि किहड़े वेले भगती करिए, दिने करिए कि रात नूं करिए, तो फिर सतगुरु महाराज कहते भाई कित वेला भगत होए। फिर किसी भी वेले वाहिगुरु की भगती नहीं होनी, क्योंकि वाहिगुरु की भगती का तो कोई टाइम ही नहीं है। महाराज कहते उठन लग्या, बहन लग्या, सौन लग्या उन्होंने याद कर। उठत बैठत सोवत नाम, उठन लग्या भी नाम नूं जप, सौन लग्या भी नाम नूं जप। मार्ग चलत हरे हर गाइए। जे गुरसिखा तू मार्ग के अंदर तुरिया जा रहा है तो उत्थे भी अपनी जीभा दे नाल वाहिगुरु वाहिगुरु शब्द उचार। धन गुरु अंगद देव सच्चे पातशाह महाराज खडूर साहिब की पाक पवित्र धरती ते सुभाएमान हैं। बेअंत गुरु किया संगतां उत्थे नतमस्तक होने वास्ते आउंदियां ने। सतगुरु महाराज जी के चरनां ते मत्था टेकदियां हन, दर्शन करदियां हन। इतिहास के महाकवि कवि राज भाई संतोख सिंह जी लिखते हैं कि एक सिख आउंदा है जिहदा नाम है भाई गुजर। ते महाराज जी के चरनां अंदर की बेनती करता है, गुजर नाम सो जात लोहार। चल आयो गुर के दरबार, बंदन कर बैठियो गुर पास। दर्शन देख करी अरदास, सुनो गुरु जी हेत आहार। तिन सगरे हम ठाने कार। भाई गुजर जी आउंदे ने, गुरु अंगद देव महाराज जी के चरनां ते मत्था टेकते ने। फिर महाराज जी के चरनां अंदर बेनतियां करता है, सतगुरु जी सारा दिन असीं काम करते हाँ, फसे गृहस्थ पाए ना अवकाश। गृहस्थ मार्ग के अंदर महाराज फसे बैठे हाँ, साढ़े पास इन्ना समा नहीं
ਕਿ ਅਸੀਂ ਭਗਤੀ ਕਰੀਏ, ਨਾਮ ਜਪੀਏ। ਸੇਵਾ ਕਰੈ ਰਹਿ ਤੁਮ ਪਾਸ। ਮੇਰਾ ਤੇ ਮਨ ਇਹ ਕਹਿੰਦਾ ਹੈ, ਭਾਈ ਗੁੱਜਰ ਜੀ ਕਹਿਣ ਲੱਗੇ ਕਿ ਅਸੀਂ ਆਪ ਜੀ ਦੇ ਕੋਲ ਰਹੀਏ, ਆਪ ਜੀ ਦੀ ਸੰਗਤ ਕਰੀਏ ਤੇ ਮਹਾਰਾਜ ਨਾਮ ਨੂੰ ਜਪੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ। ਕਹਿਣ ਲੱਗੇ, ਭਾਈ ਗੁੱਜਰ ਸੁਣ ਸਤਿਗੁਰ ਕੀਨਸ ਉਪਦੇਸ਼। ਮਹਾਰਾਜ ਜੀ ਨੇ ਉਹਦੀ ਬੇਨਤੀ ਨੂੰ ਸੁਣਿਆ, ਭਾਈ ਸਾਹਿਬ ਭਾਈ ਗੁੱਜਰ ਦੀ ਬੇਨਤੀ ਨੂੰ। ਹੁਣ ਮਹਾਰਾਜ ਜੀ ਸਿੱਖਿਆ ਦੇਣ ਲੱਗੇ ਨੇ। ਇੱਕ ਚਿਤ ਜਪਜੀ ਪੜ੍ਹੋ ਹਮੇਸ਼। ਮਹਾਰਾਜ ਕਹਿੰਦੇ ਇੱਕ ਚਿੱਤ ਹੋ ਕਰਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਜੇਤਕ ਬਾਰ ਪਠਿਓ ਦਿਨ ਜਾਏ, ਪਠ ਰਹੋ ਦੀਰਘ ਫਲ ਪਾਏ। ਸੁਬਾਹ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਵਾਰ ਤੇਰੇ ਪਾਸੋਂ ਜਪਜੀ ਸਾਹਿਬ ਦਾ ਪਾਠ ਹੋਵੇਗਾ, ਤੈਨੂੰ ਬਹੁਤ ਵੱਡਾ ਫਲ ਮਿਲੇਗਾ। ਪਿਕਹੋ ਗਰੀਬ ਕਾਜ ਕਰ ਦੀਜੈ, ਕਿਉਂਕਿ ਇਹ ਲੋਹੇ ਦਾ ਕੰਮ ਕਰਦਾ ਹੈ। ਤੇ ਭਾਈ ਗੁੱਜਰ ਜੇ ਤੇਰੇ ਪਾਸ ਕੋਈ ਗਰੀਬ ਆ ਜਾਵੇ ਨਾ, ਉਹਦਾ ਕੰਮ ਵੀ ਕਰਨਾ ਹੈ। ਨੈ ਤਿਸ ਨਿਕਟ ਮਜ਼ਦੂਰੀ ਲੀਜੈ, ਉਹਦੇ ਪਾਸੋਂ ਕੋਈ ਮਾਇਆ ਨਹੀਂ ਲੈਣੀ ਹੈ। ਜਪਜੀ ਅਰਥ ਵਿਚਾਰਨ ਕਰੀਏ ਹੈ। ਜਪਜੀ ਸਾਹਿਬ ਦੀ ਬਾਣੀ ਸਾਨੂੰ ਕੀ ਕਹਿੰਦੀ ਹੈ? ਜਪਜੀ ਸਾਹਿਬ ਦੀ ਬਾਣੀ ਦੇ ਜਿਹੜੇ ਅਰਥ ਹਨ, ਉਹਦੀ ਵਿਚਾਰ ਕਰਨੀ ਹੈ। ਸਵਾਸ ਸਵਾਸ ਅੰਤਰ ਨਿਤ ਧਰੀਐ। ਸਵਾਸ ਸਵਾਸ ਜਿਹੜਾ ਜਪਜੀ ਸਾਹਿਬ ਦੀ ਬਾਣੀ ਹੈ, ਜਪਜੀ ਸਾਹਿਬ ਬਾਣੀ ਦੇ ਅਰਥ ਹਨ, ਉਹ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਕਰ। ਤੇਰੇ ਤੇ ਕਿਰਪਾ ਹੋਵੇਗੀ। ਗੁਰਬਾਣੀ ਤੇ ਸਾਧ ਸੰਗਤ ਜੀ ਸਾਰੀ ਦਾ ਹੀ ਬਹੁਤ ਵੱਡਾ ਮਹਾਤਮ ਹੈ, ਪਰ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ, ਇਸ ਨੂੰ ਪੜ੍ਹਨ ਕਰਕੇ ਮਨੁੱਖ ਨੂੰ ਬ੍ਰਹਮ ਦੀ ਦਾਤ ਮਿਲਦੀ ਹੈ। 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ 101 ਪਾਠ ਜਪਜੀ ਸਾਹਿਬ ਦਾ ਕਰਿਆ ਕਰਦੇ ਸਨ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 110 ਪਾਠ ਜਪਜੀ ਸਾਹਿਬ ਦੇ ਕਰਿਆ ਕਰਦੇ ਸਨ। ਜਿਨ੍ਹਾਂ ਗੁਰਸਿੱਖਾਂ ਦੇ ਪਾਸ ਜਪਜੀ ਸਾਹਿਬ ਹੈ ਤੇ ਸਾਧ ਸੰਗਤ ਜੀ ਉਹਨਾਂ ਦੇ ਸਰੀਰਾਂ ਦੇ 2 ਫਾੜ ਵੀ ਹੋ ਗਏ, ਉਹਦੇ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ। ਉਹ ਕੌਣ ਨੇ? ਭਾਈ ਸਾਹਿਬ ਭਾਈ ਮਤੀ ਦਾਸ। ਦਿੱਲੀ ਦਾ ਇਤਿਹਾਸ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਭਾਈ ਗੁਰਸਿੱਖਾ ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਤੇਰੇ ਤੇ ਬਹੁਤ ਵੱਡੀ ਬਖਸ਼ਿਸ਼ ਹੋਵੇਗੀ, ਤੇਰੇ ਤੇ ਬਹੁਤ ਵੱਡੀ ਕਿਰਪਾ ਹੋਵੇਗੀ। ਤੇ ਭਾਈ ਸਾਹਿਬ ਭਾਈ ਗੁੱਜਰ ਜੀ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਸਾਧ ਸੰਗਤ ਜੀ ਸੁਣਿਆ ਹੈ, ਸੁਣ ਕੇ ਮੰਨਿਆ ਹੈ ਤੇ ਮਨ ਕਰਕੇ ਸਾਧ ਸੰਗਤ ਜੀ ਫਿਰ ਕਮਾਈ ਕੀਤੀ ਤੇ ਭਾਈ ਸਾਹਿਬ ਭਾਈ ਗੁੱਜਰ ਨੂੰ ਬ੍ਰਹਮ ਗਿਆਨ ਦੀ ਦਾਤ ਮਿਲ ਗਈ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਗੁਰਸਿੱਖੋ ਇਹ ਸਮਾਂ ਨਹੀਂ ਵਿਚਾਰਨਾ ਕਿ ਦਿਨ ਹੈ, ਨਹੀਂ ਤੇ ਦਿਨ ਜਿਹੜਾ ਹੈ ਭਾਈ ਉਹ ਬੀਤਦਾ ਜਾ ਰਿਹਾ ਹੈ, ਰਾਤ ਵੀ ਬੀਤਦੀ ਜਾ ਰਹੀ ਹੈ। ਕਬੀਰ ਸਾਹਿਬ ਜੀ ਜ਼ਿਕਰ ਕਰਦੇ ਨੇ, ਦਿਨ ਤੇ ਪਹਿਰ, ਪਹਿਰ ਤੇ ਕਰੀਆਂ, ਆਵ ਘਟੈ ਤਨ ਛੀਜੈ। ਉਮਰ ਜਿਹੜੀ ਹੈ ਘਟਦੀ ਜਾ ਰਹੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿੰਨੀ ਵੀ ਸਾਧ ਸੰਗਤ ਜੀ ਬਾਣੀ ਉਚਾਰੀ ਹੈ, ਉਹ ਬ੍ਰਿਜ ਭਾਸ਼ਾ ਦੇ ਅੰਦਰ ਹੈ। ਤੇ ਸਤਿਗੁਰੂ ਜੀ ਕਹਿੰਦੇ, ਚੇਤਨਾ ਹੈ ਤੋ ਚੇਤ ਲੈ ਨਿਸਤਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਨੀ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਵੇਂ ਘੜੇ ਦੇ ਅੰਦਰੋਂ ਤੁਮਕਾ ਤੁਮਕਾ ਕਰਕੇ ਘੜਾ ਖਾਲੀ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਇਹ ਮਨੁੱਖਾ ਦੇਹ ਰੂਪੀ ਘੜਾ ਹੈ। ਸਵਾਸ ਜਿਹੜੇ 24,000 ਮੰਨੇ ਨੇ ਦਿਨ ਤੇ ਰਾਤ ਦੇ ਨਿਕਲਦੇ ਜਾ ਰਹੇ ਨੇ। ਤੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨਾ ਕਰ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦਾ ਕੋਈ ਸਮਾਂ ਨਹੀਂ। ਦਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜੈ ਟੀਲਾ। ਭਾਵੇਂ ਦਿਨ ਹੈ ਰਾਤ ਹੈ, ਇੱਕ ਖਿਨ ਪਲ ਵੀ ਭਾਈ ਢਿੱਲ ਨਾ ਵਰਤ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ। ਆਨ ਦਿਨ ਨਾਮੇ ਰਤਿਆ। ਜਿਨ੍ਹਾਂ ਗੁਰਸਿੱਖਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਅੰਨ ਪਲਸ ਦਿਨ, ਰਾਤ ਦਿਨ,
ਉਹ ਨਾਮ ਦੇ ਅੰਦਰ ਸਾਧ ਸੰਗਤ ਜੀ ਰੱਤੇ ਰਹਿੰਦੇ ਹਨ। ਰੱਤੇ ਨਾਮ ਹੈ ਭਿੱਜਣ ਦਾ, ਰੱਤੇ ਨਾਮ ਹੈ ਜੁੜਨ ਦਾ। ਉਹ ਰਾਤ ਦਿਨ ਵਾਹਿਗੁਰੂ ਦੇ ਨਾਮ ਅੰਦਰ ਸਾਧ ਸੰਗਤ ਜੀ ਜੁੜੇ ਰਹਿੰਦੇ ਹਨ। ਉਹਨਾਂ ਦੀ ਤੇ ਐਸੀ ਅਵਸਥਾ ਬਣ ਜਾਂਦੀ ਹੈ, ਗਰੀਬ ਨਵਾਜ ਕਹਿੰਦੇ ਰੱਤੇ ਸਈ ਜੇ ਮੁਖ ਨਾ ਮੁੜਨ, ਜਿਨੀ ਸੰਜਾਤਾ ਸਾਈਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਦੇ ਤਨ ਰੂਪੀ ਜਿਹੜੇ ਚੂਲੇ ਨੇ ਵਾਹਿਗੁਰੂ ਦੀ ਭਗਤੀ ਕਰਕੇ ਲਾਲ ਹੋ ਚੁੱਕੇ ਨੇ। ਤੇ ਪਤੀ ਪਰਮਾਤਮਾ ਉਹਨਾਂ ਦੇ ਕੋਲ ਹੈ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਤੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਉਹ ਰਾਤ ਦਿਨ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਅੰਦਰ ਸਾਧ ਸੰਗਤ ਜੀ ਜੁੜੇ ਰਹਿੰਦੇ ਹਨ। ਸੱਚੇ ਸੱਚੀ ਸੋਏ, ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਕੇ, ਸੱਚੇ ਨਾਮ ਨੂੰ ਜਪਣ ਕਰਕੇ ਸੋਏ ਨਾਮ ਹੁੰਦਾ ਹੈ ਸੋਭਾ ਦਾ। ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਗੁਰਸਿੱਖਾਂ ਦੀ, ਉਹਨਾਂ ਮਹਾਂਪੁਰਖਾਂ ਦੀ ਜਿਹੜੀ ਸੋਭਾ ਹੈ ਉਹ ਵੀ ਭਾਈ ਸੱਚੀ ਹੁੰਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਭਗਤਾਂ ਨੂੰ ਨਾਮ ਜਪਣ ਵਾਲੇ ਸਾਧ ਸੰਗਤ ਜੀ ਮੌਕੇ ਦੇ ਅੰਦਰ ਉਹਨਾਂ ਨੂੰ ਬਹੁਤ ਤੰਗ ਕੀਤਾ ਗਿਆ, ਚਾਹੇ ਉਹ ਭਗਤ ਨਾਮਦੇਵ ਜੀ ਹਨ, ਚਾਹੇ ਉਹ ਭਗਤ ਕਬੀਰ ਸਾਹਿਬ ਜੀ ਹਨ। ਪਰ ਜਿਹੜਾ ਨਾਮ ਜਪਿਆ, ਨਾਮ ਨੂੰ ਜਪਣ ਕਰਕੇ ਅੱਜ ਵੀ ਭਗਤ ਕਬੀਰ ਸਾਹਿਬ ਜੀ ਦੀ ਸੱਚੀ ਸੋਭਾ ਹੋ ਰਹੀ ਹੈ। ਜਿਨ੍ਹਾਂ ਗੁਰਸਿੱਖਾਂ ਨੇ ਨਾਮ ਨੂੰ ਜਪਿਆ ਉਹਨਾਂ ਦੀ ਅੱਜ ਵੀ ਸੱਚੀ ਸੋਭਾ ਹੋ ਰਹੀ ਹੈ। ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ। ਸਤਿਗੁਰੂ ਜੀ ਕਹਿਣ ਲੱਗੇ ਭਾਈ ਨਾਮ ਨੂੰ ਜਪਦਿਆਂ ਜਪਦਿਆਂ ਜੇ ਕਿਤੇ ਇੱਕ ਤਿਲ ਮਾਤਰ ਵੀ ਪਰਮਾਤਮਾ ਦਾ ਨਾਮ ਵਿਸਰ ਜਾਵੇ, ਉਹ ਭਾਈ ਕਾਹਦੀ ਭਗਤੀ ਹੈ। ਇੱਕ ਪਲ ਖਿਨ ਵਿਸਰੈ ਤੂੰ ਸੁਆਮੀ, ਜਾਣੋ ਬਰਸ 85। ਜੇ ਇੱਕ ਪਲ ਵੀ ਉਹਨਾਂ ਰੱਬ ਦੇ ਪਿਆਰਿਆਂ ਨੂੰ ਵਿਸਰ ਜਾਂਦਾ ਹੈ ਤੇ ਉਹਨਾਂ ਨੂੰ ਇਸ ਤਰ੍ਹਾਂ ਬਤੀਤ ਹੁੰਦਾ ਹੈ ਕਿ ਜਿਵੇਂ ਬਹੁਤ ਲੰਮਾ ਸਮਾਂ ਬੀਤ ਗਿਆ ਹੋਵੇ। ਉਹ ਤੇ ਆਖਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀ। ਉਹ ਤੇ ਆਖਦੇ ਨੇ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ, ਆਪ ਜੀ ਦੇ ਨਾਮ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਤੇ ਗਰੀਬ ਨਵਾਜ ਕਹਿੰਦੇ ਇੱਕ ਤਿਲ ਪਿਆਰਾ ਵਿਸਰੈ, ਤਿਲ ਮਾਤਰ ਜਿੰਨਾ ਵੀ ਹਰੀ ਪਰਮਾਤਮਾ ਵਿਸਰ ਜਾਵੇ, ਕਹਿੰਦੇ ਭਾਈ ਉਹ ਕਾਹਦੀ ਭਗਤੀ ਹੈ। ਮਨ ਤਨ ਸੀਤਲ ਸਾਚ ਸਿਓ, ਜਿਨ੍ਹਾਂ ਗੁਰਸਿੱਖਾਂ ਦਾ ਮਨ ਉਸ ਹਰੀ ਪਰਮਾਤਮਾ ਦੇ ਨਾਲ ਸਾਧ ਸੰਗਤ ਜੀ ਜੁੜ ਚੁੱਕਿਆ ਹੈ, ਉਹਨਾਂ ਦਾ ਮਨ ਵੀ, ਉਹਨਾਂ ਦਾ ਤਨ ਵੀ। ਗਰੀਬ ਨਵਾਜ ਕਹਿੰਦੇ ਭਾਈ ਸੀਤਲ ਨਾਮ ਹੁੰਦਾ ਹੈ ਠੰਡੇ ਦਾ, ਠੰਡਾ ਹੋ ਜਾਂਦਾ ਹੈ। ਤਬਤ ਮਾਹੇ ਠਾਂਡ ਵਰਤਾਈ, ਅਣਦ ਪਿਆ ਦੁੱਖ ਨਾਠੇ ਪਾਈ। ਫਿਰ ਉਹਨਾਂ ਗੁਰਸਿੱਖਾਂ ਦੇ ਸਾਰੇ ਜਿਹੜੇ ਦੁੱਖ ਹਨ ਵਾਹਿਗੁਰੂ ਦੀ ਭਗਤੀ ਕਰਕੇ ਸਾਧ ਸੰਗਤ ਜੀ ਦੂਰ ਹੋ ਜਾਂਦੇ ਨੇ, ਉਹਨਾਂ ਦੇ ਹਿਰਦੇ ਸ਼ਾਂਤ ਹੋ ਜਾਂਦੇ ਨੇ। ਉਹ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਜਪਦੇ ਨੇ ਤੇ ਨਾਮ ਨੂੰ ਜਪਣ ਕਰਕੇ ਉਹਨਾਂ ਦਾ ਤਨ ਮਨ ਜਿਹੜਾ ਹੈ ਸੀਤਲ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ। ਸਾਸ ਨਾ ਬਿਰਥਾ ਕੋਏ। ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਗੁਰਸਿੱਖਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਉਹਨਾਂ ਮਹਾਂਪੁਰਖਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਕੋਈ ਵੀ ਸਾਸ ਨਾਮ ਹੈ ਸਵਾਸ ਦਾ, ਬਿਰਥਾ ਨਾਮ ਹੈ ਖਾਲੀ ਦਾ। ਉਹਨਾਂ ਦਾ ਕੋਈ ਵੀ ਜਿਹੜਾ ਸਵਾਸ ਹੈ ਉਹ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਧ ਸੰਗਤ ਜੀ ਖਾਲੀ ਨਹੀਂ ਜਾਂਦਾ ਹੈ। ਐਸੀ ਅਵਸਥਾ ਬਣ ਜਾਂਦੀ ਹੈ ਗੁਰਮੁਖ ਰੋਮ ਰੋਮ ਹਰਿ ਧਿਆਵੈ। ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦੇ ਨਾਮ ਦੀ ਆਵਾਜ਼ ਆਉਂਦੀ ਹੈ। ਐਸੀ ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਮੇਰੇ ਮਨ ਹਰ ਕਾ ਨਾਮ ਧਿਆਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜਿੰਨੀ ਵੀ ਬਾਣੀ ਪੜ੍ਹੀਏ ਨਾ, ਤੇ ਸਤਿਗੁਰਾਂ ਨੇ ਆਪਣੇ ਮਨ ਨੂੰ ਸਮਝਾਇਆ ਹੈ। ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਮਨ ਨੂੰ ਸੰਬੋਧਨ ਕੀਤਾ, ਉੱਥੇ ਸਾਨੂੰ ਸਮਝਾਇਆ ਕਿ ਗੁਰਸਿੱਖੋ ਪਹਿਲਾਂ ਮਨ ਨੂੰ ਸਮਝਾਓ। ਜੇ ਆਨੰਦ ਸਾਹਿਬ ਦੀ ਬਾਣੀ ਪੜ੍ਹੀਏ ਤੇ ਮਹਾਰਾਜ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕਿ ਹੇ ਮੇਰੇ ਮਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ, ਨਾਮ ਨੂੰ ਧਿਆਉਣਾ ਕਰ। ਤੇ ਇੱਥੇ ਮਹਾਰਾਜ ਕਹਿੰਦੇ ਮੇਰੇ ਮਨ, ਇਹ ਮੇਰੇ ਮਨਾ
ਹਰ ਕਾ ਨਾਮ ਧਿਆਏ, ਹਰੀ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਹਨ, ਸਭ ਧਿਆਵਹਿ ਸਭ ਧਿਆਵਹਿ ਤੁਜੀ, ਹਰ ਸੱਚੇ ਸਿਰਜਣਹਾਰਾ। ਸਾਰੇ ਸੰਸਾਰ ਦੀ ਉਹ ਸਿਰਜਣਾ ਕਰਨ ਵਾਲਾ ਹੈ ਹਰੀ ਪਰਮਾਤਮਾ। ਸਾਰੀ ਖਲਕਤ ਉਹਦੇ ਸੱਚੇ ਨਾਮ ਨੂੰ ਧਿਆਉਂਦੇ ਹਨ, ਤੇ ਸੱਚੇ ਨਾਮ ਨੂੰ ਧਿਆਉਣ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਮਨੁੱਖ ਦਾ ਇਹ ਜਿਹੜਾ ਲੋਕ ਹੈ ਇਹ ਵੀ ਸੁਧਰ ਜਾਂਦਾ ਹੈ, ਪਰਲੋਕ ਵੀ ਸੁਧਰ ਜਾਂਦਾ ਹੈ। ਦੋਨਾਂ ਹੀ ਲੋਕਾਂ ਦੇ ਅੰਦਰ ਫਿਰ ਉਹ ਪ੍ਰਾਣੀ ਡੋਲਦਾ ਨਹੀਂ ਹੈ ਜਿਹੜਾ ਵਾਹਿਗੁਰੂ ਦੇ ਸਿਮਰਨ ਨੂੰ ਕਰਦੇ ਹਨ। ਕਬੀਰ ਹਰ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤੈ ਨਾ ਡੋਲਈ, ਜਿਸ ਰਾਖੈ ਸਿਰਜਨਹਾਰ। ਦੋਵੈ ਥਾਵ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ। ਕਾਰਜ ਹੋਏ ਸਗਲੇ ਪੂਰੇ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਕਲਗੀਧਰ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਅੰਦਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੋਈ ਇਹੋ ਜਿਹੀ ਸਿੱਖਿਆ ਦਿਓ, ਉਪਦੇਸ਼ ਦਿਓ ਜਿਸ ਨੂੰ ਮਹਾਰਾਜ ਸੁਣ ਕਰਕੇ ਕਮਾ ਕਰਕੇ ਜੀਵਨ ਨੂੰ ਸਫਲ ਕਰ ਸਕੀਏ। ਕਲਗੀਧਰ ਪਿਤਾ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਗੁਰਸਿੱਖੋ ਮਨ ਤੇ ਹਰ ਮੁਖ ਤੇ ਸਦਾ ਲਿਵ ਨਾਮ ਲਗਾਵੇ। ਮਨ ਕਰਕੇ ਅਤੇ ਮੁਖ ਕਰਕੇ ਹਮੇਸ਼ਾ ਹੀ ਆਪਣੀ ਬਿਰਤੀ ਨੂੰ ਨਾਮ ਦੇ ਅੰਦਰ ਮੇਰਾ ਸਿੱਖ ਜੋੜੇ। ਅਗਲੇ ਬਚਨ, ਹਾਥਨ ਤੇ ਕਰ ਟਹਿਲ ਕੋ, ਹੱਥਾਂ ਦੇ ਨਾਲ ਟਹਿਲ ਸੇਵਾ ਕਰੇ। ਸਿੱਖ ਸੰਤ ਰਜਾਵੇ, ਗੁਰਸਿੱਖਾਂ ਦੀ ਮਹਾਂਪੁਰਖਾਂ ਦੀ। ਸੋ ਮਨ ਪਿਆਰੋ ਅਦਕ ਹੈ। ਮਹਾਰਾਜ ਕਹਿੰਦੇ ਜਿਹੜੇ ਮੁਖ ਕਰਕੇ ਬਿਰਤੀ ਕਰਕੇ ਨਾਮ ਅੰਦਰ ਜੁੜ ਜਾਂਦੇ ਨੇ, ਗੁਰਸਿੱਖਾਂ ਦੀ ਟਹਿਲ ਕਰਦੇ ਨੇ, ਮਹਾਂਪੁਰਖਾਂ ਦੀ ਟਹਿਲ ਕਰਦੇ ਨੇ, ਸੋ ਸਿੱਖ ਪਿਆਰਾ ਅਦਕ ਹੈ। ਬਸ ਰਹੋ ਸਦੀਵਾ। ਉਹ ਸਿੱਖ ਮੈਨੂੰ ਬੜਾ ਪਿਆਰਾ ਹੈ, ਉਹ ਸਿੱਖ ਦੇ ਹਮੇਸ਼ਾ ਮੈਂ ਵਸੀਕਾਰ ਹਾਂ। ਅਗਲੇ ਬਚਨ, ਕਰਨੀ ਉੱਚੀ ਨਿਤ ਕਰੈ। ਕਰਨੀ ਨਾਮ ਹੁੰਦਾ ਹੈ ਭਗਤੀ ਦਾ। ਮੇਰਾ ਗੁਰਸਿੱਖ ਨਿਤਾ ਪ੍ਰਤੀ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰੇ। ਰਾਖੈ ਮਨ ਨੀਵਾ। ਜਿੱਥੇ ਭਗਤੀ ਕਰਨੀ ਹੈ, ਨਾਮ ਜਪਣਾ ਹੈ, ਸੇਵਾ ਕਰਨੀ ਹੈ, ਉੱਥੇ ਆਪਣੇ ਮਨ ਨੂੰ ਨੀਵਾਂ ਰੱਖਣਾ ਹੈ। ਆਪਸ ਕੋ ਜੋ ਜਾਣੈ ਨੀਚਾ, ਸੋਈ ਗਨੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ ਉਹ ਸਾਰਿਆਂ ਤੋਂ ਵੱਡਾ ਹੁੰਦਾ ਹੈ। ਬਾਬਾ ਬੁੱਢਾ ਸਾਹਿਬ ਨੇ ਸੇਵਾ ਕੀਤੀ, ਕਦੀ ਹੰਕਾਰ ਨਹੀਂ ਆਇਆ। ਭਾਈ ਸਾਹਿਬ ਭਾਈ ਗੁਰਦਾਸ ਨੇ ਸੇਵਾ ਕੀਤੀ, ਕਦੀ ਹੰਕਾਰ ਨਹੀਂ ਆਇਆ। ਭਾਈ ਸਾਹਿਬ ਭਾਈ ਬਹਿਲੋ ਜੀ ਨੇ ਸੇਵਾ ਕੀਤੀ, ਕਦੀ ਹੰਕਾਰ ਨਹੀਂ ਆਇਆ। ਜਿਨ੍ਹਾਂ ਗੁਰਸਿੱਖਾਂ ਦੇ ਅੰਦਰ ਹੰਕਾਰ ਨਹੀਂ, ਨਿਮਰਤਾ ਹੈ, ਪ੍ਰੇਮ ਹੈ, ਭਾਵਨਾ ਹੈ, ਇਤਿਹਾਸ ਦੇ ਪੰਨਿਆਂ ਤੇ ਨਾਮ ਵੀ ਉਹਨਾਂ ਦੇ ਸਾਧ ਸੰਗਤ ਜੀ ਲਿਖੇ ਜਾਂਦੇ ਨੇ। ਕਲਗੀਧਰ ਪਿਤਾ ਮਹਾਰਾਜ ਕਹਿਣ ਲੱਗੇ, ਕਰਨੀ ਉੱਚੀ ਨਿਤ ਕਰੈ, ਰਾਖੈ ਮਨ ਨੀਵਾ। ਵਾਹਿਗੁਰੂ ਦੀ ਭਗਤੀ ਜਿਹੜੀ ਸਾਰਿਆਂ ਤੋਂ ਸ੍ਰੇਸ਼ਟ ਹੈ, ਉੱਚੀ ਹੈ, ਮੇਰਾ ਸਿੱਖ ਨਿਤਾ ਪ੍ਰਤੀ ਕਰੇ, ਮਨ ਨੂੰ ਨੀਵਾਂ ਰੱਖੇ। ਹੁਣ ਮਨ ਨੂੰ ਨੀਵਾਂ ਰੱਖਣ ਵਾਸਤੇ ਬੜੀ ਸਾਧਨਾ ਕਰਨੀ ਪੈਂਦੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਉਹਨਾਂ ਨੂੰ ਪੜ੍ਹੀਏ ਨਾ, ਸਾਧ ਸੰਗਤ ਜੀ, ਉਹਨਾਂ ਤੇ ਬਹੁਤ ਵੱਡੀ ਬਖਸ਼ਿਸ਼ ਸੀ ਮਹਾਰਾਜ ਜੀਆਂ ਦੀ। ਬਹੁਤ ਸਾਰੀਆਂ ਲਿਖਤਾਂ ਉਹਨਾਂ ਨੇ ਸਿੱਖ ਪੰਥ ਨੂੰ ਦਿੱਤੀਆਂ ਨੇ। ਉਹਨਾਂ ਨੇ ਵਗਦਿਆਂ ਹੋਇਆਂ ਝਰਨਿਆਂ ਦੇ ਨਾਲ ਗੱਲਾਂ ਕੀਤੀਆਂ, ਪਾਣੀ ਦੇ ਨਾਲ ਗੱਲਾਂ ਕੀਤੀਆਂ, ਤੇ ਪੁੱਛਿਆ, ਪਾਣੀ ਤੇਰੇ ਵਿੱਚੋਂ ਨਿਮਰਤਾ ਕਿੱਥੋਂ ਆਈ? ਪਾਣੀ ਦਾ ਗੁਣ ਹੈ, ਜਿਹੜੇ ਪਾਸੇ ਨਿਵਾਨ ਹੋਵੇਗਾ ਪਾਣੀ ਉਸ ਪਾਸੇ ਜਾਵੇਗਾ। ਜੇ ਆਪਾਂ ਪ੍ਰੈਕਟੀਕਲ ਕਰੀਏ, ਗਲਾਸ ਦੇ ਅੰਦਰ ਪਾਣੀ ਪਾਈਏ, ਉਸ ਪਾਣੀ ਨੂੰ ਜ਼ਮੀਨ ਦੇ ਉੱਪਰ ਰੋੜ ਦਈਏ, ਜਿਹੜੇ ਪਾਸੇ ਨਿਵਾਨ ਹੋਵੇਗਾ ਪਾਣੀ ਉਧਰ ਨੂੰ ਜਾਵੇਗਾ।
ਇਸੇ ਤਰ੍ਹਾਂ ਡਾਕਟਰ ਭਾਈ ਵੀਰ ਸਿੰਘ ਕਹਿੰਦੇ ਨੇ ਤੂੰ ਆਪਣੇ ਮਨ ਨੂੰ ਨੀਵਾਂ ਕਰ। ਜਦੋਂ ਮਨ ਨੀਵਾਂ ਹੋ ਜਾਵੇਗਾ, ਇਸ ਨੀਵੇਂ ਮਨ ਦੇ ਅੰਦਰ ਆਣ ਕੇ ਗੁਰੂ ਰੂਪੀ ਜਿਹੜਾ ਪਾਣੀ ਹੈ, ਨਾਮ ਰੂਪੀ ਪਾਣੀ ਟਿਕ ਜਾਵੇਗਾ, ਜਾਂ ਕਹਿ ਲਈਏ ਭਗਤੀ ਟਿਕ ਜਾਵੇਗੀ, ਨਾਮ ਟਿਕ ਜਾਵੇਗਾ, ਬਾਣੀ ਟਿਕ ਜਾਵੇਗੀ। ਸਾਰੀ ਖੇਡ ਮਨ ਨੂੰ ਵਸੀਕਾਰ ਦੀ ਹੈ, ਕਿਉਂਕਿ ਮਨ ਨੂੰ ਵਸੀਕਾਰ ਕਰਨਾ ਬੜਾ ਔਖਾ ਹੈ। ਵਿਦਵਾਨ ਲਿਖਦੇ ਨੇ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਮਨ ਵਸੀਕਾਰ ਹੋ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ, ਭਾਈ ਮੇਰੇ ਮਨ, ਇਹ ਮੇਰੇ ਮਨਾ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਧਿਆਇਆ ਹੈ, ਭਗਤ ਧਰੂ ਜੀ ਨੇ ਧਿਆਇਆ ਹੈ। ਤੇ ਬਾਣੀ ਅੰਦਰ ਅਸੀਂ ਪੜ੍ਹਦੇ ਹਾਂ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਗਤ ਕਬੀਰ ਸਾਹਿਬ ਜੀ ਦੀ ਬੜੀ ਸ਼ੋਭਾ ਹੋ ਰਹੀ ਹੈ। ਇੱਕ ਸ਼ਾਹੂਕਾਰ ਆਇਆ, ਕਹਿ ਲੱਗਾ, ਕਬੀਰ ਸਾਹਿਬ ਮੇਰੇ ਪਾਸੋਂ ਸੋਨਾ ਲਓ, ਪਰ ਇੱਕ ਮੇਰੇ ਤੇ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ। ਕਬੀਰ ਸਾਹਿਬ ਕੀ ਕਹਿਣ ਲੱਗੇ ਕਿ ਭਾਈ ਸੋਨਾ ਦੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਕਹਿ ਲੱਗਾ, ਕਬੀਰ ਸਾਹਿਬ ਕਿਵੇਂ ਪ੍ਰਾਪਤੀ ਹੋਵੇਗੀ? ਕਬੀਰ ਸਾਹਿਬ ਬਾਣੀ ਵਿੱਚ ਲਿਖਦੇ ਨੇ, ਕੰਚਨ ਸੋ ਪਾਈਐ ਨਹੀਂ ਤੋਲ। ਕੰਚਨ ਕਹਿੰਦੇ ਨੇ ਸਾਧ ਸੰਗਤ ਜੀ ਸੋਨੇ ਨੂੰ। ਮਨ ਦੇ ਰਾਮ ਲਿਆ ਹੈ ਮੋਲ। ਇਹ ਮਨ ਉਸ ਵਾਹਿਗੁਰੂ ਨੂੰ ਦੇਣਾ ਪਵੇਗਾ। ਮੇਰੇ ਮਨ ਹਰ ਕਾ ਨਾਮ ਧਿਆਏ। ਇਹ ਮੇਰੇ ਮਨਾ ਹਰੀ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ। ਸਾਚੀ ਭਗਤ ਤਾ ਥੀਐ। ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਭਗਤੀ ਥੀਐ ਨਾਮ ਹੈ ਹੋਣ ਦਾ। ਤਾਂ ਹੀ ਕਹਿੰਦੇ ਸੱਚੀ ਭਗਤੀ ਹੋ ਸਕਦੀ ਹੈ। ਜਾ ਹਰ ਵਸੈ ਮਨ ਆਏ। ਜਦੋਂ ਕਹਿੰਦੇ ਗੁਰੂ ਦੀ ਕਿਰਪਾ ਹੋ ਜਾਵੇ, ਮਨ ਦੇ ਅੰਦਰ ਆਣ ਕਰਕੇ ਸਾਧ ਸੰਗਤ ਜੀ ਨਾਮ ਵਸ ਜਾਵੇ। ਨਹੀਂ ਤੇ ਮਹਾਰਾਜ ਕਹਿੰਦੇ, ਰਾਮ ਰਾਮ ਸਭ ਕੋ ਕਹੈ, ਕਹੇ ਰਾਮ ਨਾ ਹੋਏ। ਗੁਰ ਪ੍ਰਸਾਦੀ ਮਨ ਵਸੈ, ਤਾਂ ਫਲ ਪਾਵੈ ਕੋਈ। ਸਾਰੇ ਪਰਮੇਸ਼ਰ ਦੇ ਨਾਮ ਨੂੰ ਆਖ ਰਹੇ ਨੇ, ਖੁਦਾ ਦੇ ਨਾਮ ਨੂੰ ਆਖ ਰਹੇ ਨੇ, ਪਰ ਜਿੱਤੇ ਪ੍ਰਸਾਦੀ ਨਾਮ ਹੁੰਦਾ ਹੈ ਕਿਰਪਾ ਦਾ। ਜਿਸ ਗੁਰ ਸਿੱਖ ਮਾਈ ਭਾਈ ਤੇ ਗੁਰੂ ਦੀ ਕਿਰਪਾ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਉਹਦੇ ਮਨ ਦੇ ਅੰਦਰ ਨਾਮ ਜਿਹੜਾ ਹੈ ਸਾਧ ਸੰਗਤ ਜੀ ਟਿਕ ਜਾਂਦਾ ਹੈ, ਵਸ ਜਾਂਦਾ ਹੈ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ, ਭਾਈ ਐਸੀ ਹੈ ਵਾਹਿਗੁਰੂ ਦੀ ਬਖਸ਼ਿਸ਼, ਜਿਹਦੇ ਹਿਰਦੇ ਅੰਦਰ ਨਾਮ ਵਸ ਜਾਂਦਾ ਹੈ, ਉਹਦੀ ਭਾਈ ਸੱਚੀ ਭਗਤੀ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਜੀ। ਸਹਜੇ ਖੇਤੀ ਰਾਹੀਐ। ਗਰੀਬ ਨਵਾਜ਼ ਕਹਿੰਦੇ, ਸਹਿਜ ਨਾਮ ਹੁੰਦਾ ਹੈ ਸ਼ਾਂਤੀ ਦਾ, ਸਹਿਜ ਨਾਮ ਹੈ ਗਿਆਨ ਦਾ, ਸਹਿਜ ਨਾਮ ਸੁਤੇ ਸਿੱਧ। ਭਾਈ ਆਪਣੇ ਇਸ ਮਨੁੱਖਾ ਦੇਹ ਰੂਪੀ ਸਰੀਰ ਦੇ ਅੰਦਰ, ਇਹ ਸਰੀਰ ਇੱਕ ਖੇਤੀ ਹੈ, ਇਸ ਸਰੀਰ ਰੂਪੀ ਖੇਤੀ ਦੇ ਅੰਦਰ ਰਾਹੀਏ ਨਾਮ ਹੁੰਦਾ ਹੈ ਵਾਹੁਣ ਦਾ। ਜਿਵੇਂ ਜ਼ਿਮੀਂਦਾਰ ਪਹਿਲਾਂ ਜ਼ਮੀਨ ਨੂੰ ਵਾਹੁੰਦਾ ਹੈ, ਵਾਹੁਣ ਤੋਂ ਬਾਅਦ ਫਿਰ ਬੀਜ ਬੀਜਦਾ ਹੈ, ਫਿਰ ਬੀਜ ਉੱਗਦਾ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਗੁਰਸਿੱਖਾ ਆਪਣੇ ਹਿਰਦੇ ਰੂਪੀ ਖੇਤੀ ਦੇ ਅੰਦਰ ਨਾਮ ਦਾ ਜਿਹੜਾ ਬੀਜ ਹੈ, ਭਗਤੀ ਦਾ ਜਿਹੜਾ ਬੀਜ ਹੈ, ਉਸ ਨੂੰ ਬੀਜਣਾ ਕਰ। ਸੱਚ ਨਾਮ ਬੀਜ ਪਾਏ। ਫਿਰ ਇਸ ਹਿਰਦੇ ਰੂਪੀ ਘਰ ਦੇ ਅੰਦਰ, ਹਿਰਦੇ ਰੂਪੀ ਖੇਤੀ ਦੇ ਅੰਦਰ ਸੱਚਾ ਬੀਜ ਕਿਹੜਾ ਹੈ? ਨਾਮ ਦਾ ਬੀਜ। ਨਾਮ ਦਾ ਜਿਹੜਾ ਬੀਜ ਹੈ ਉਸ ਨੂੰ ਬੀਜਣਾ ਕਰ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਤੇ ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ, ਭਾਈ ਮਨ ਨੂੰ ਹਾਲੀ ਬਣਾ ਅਤੇ ਜਿਹੜਾ ਸੰਤੋਖ ਰੱਖ ਤੇ ਲਿਬਾਸ ਹਮੇਸ਼ਾ ਸਾਦਾ ਰੱਖਣਾ ਕਰ। ਨਾਮ ਬੀਜ ਪਾਏ। ਇਸ ਹਿਰਦੇ ਰੂਪੀ ਖੇਤੀ ਦੇ ਅੰਦਰ ਗੁਰਸਿੱਖਾ ਨਾਮ ਦਾ ਜਿਹੜਾ ਬੀਜ ਹੈ ਉਸ ਨੂੰ ਬੀਜਣਾ ਕਰ। ਖੇਤੀ ਜੰਮੀ ਅਗਲੀ। ਫਿਰ ਐਸੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਸਾਧ ਸੰਗਤ ਜੀ ਸ਼ਰਧਾ ਦੇ ਨਾਲ ਗੁਰਸਿੱਖ ਨਾਮ ਨੂੰ ਸੁਣਦਾ ਹੈ, ਫਿਰ ਨਾਮ ਨੂੰ ਮੰਨਦਾ ਹੈ। ਫਿਰ ਕਹਿੰਦੇ ਹਿਰਦੇ ਰੂਪੀ ਖੇਤੀ ਦੇ ਅੰਦਰ ਜਿਹੜਾ ਨਾਮ ਹੈ
ਉਹ ਸਾਧ ਸੰਗਤ ਜੀ ਉਗ ਪੈਂਦਾ ਹੈ। ਅਗਲੀ ਨਾਮ ਹੈ ਬਹੁਤ ਦਾ। ਕਹਿੰਦੇ ਜਿਵੇਂ ਜ਼ਿਮੀਂਦਾਰ ਜਦੋਂ ਖੇਤੀ ਵੱਢਦਾ ਹੈ, ਹੁਣ ਤੇ ਸਮਾਂ ਜਿਹੜਾ ਬੜਾ ਮਾਡਰਨ ਆ ਗਿਆ ਹੈ। ਪਹਿਲਿਆਂ ਸਮਿਆਂ ਦੇ ਅੰਦਰ ਜਦੋਂ ਕਣਕਾਂ ਹੋਇਆ ਕਰਦੀਆਂ ਸਨ ਜਾਂ ਸਰੋਂ ਹੋਇਆ ਕਰਦੀ ਸੀ, ਉਹ ਵੱਢਣ ਤੋਂ ਬਾਅਦ ਸਾਧ ਸੰਗਤ ਜੀ ਇੱਕ ਜਗ੍ਹਾ 'ਤੇ ਇਕੱਠੇ ਕਰਦੇ ਸਨ ਅਤੇ ਬਹੁਤ ਵੱਡਾ ਬੋਝ ਜਿਹੜਾ ਸੀ ਲੱਗ ਜਾਂਦਾ ਸੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਖੇਤੀ ਜੰਮੀ ਅਗਲੀ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਗਈ ਅਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਬੀਜ ਉਂਗਰ ਗਿਆ, ਪ੍ਰਗਟ ਹੋ ਗਿਆ, ਉਹਨਾਂ ਦੇ ਹਿਰਦੇ ਰੂਪੀ ਖੇਤੀ ਅੰਦਰ ਬਹੁਤ ਵੱਡਾ ਸਾਧ ਸੰਗਤ ਜੀ ਭਗਤੀ ਦਾ ਨਾਮ ਦਾ ਬੋਲ ਜਿਹੜਾ ਪੈਦਾ ਹੋ ਗਿਆ, ਲੱਗ ਗਿਆ। ਮਨੁਆ ਰੱਜਾ ਸਹਿਜ ਸੁਭਾਏ। ਫਿਰ ਐਸੀ ਉਹਨਾਂ 'ਤੇ ਕਿਰਪਾ ਹੋਈ, ਉਹਨਾਂ ਦਾ ਜਿਹੜਾ ਮਨ ਹੈ ਉਹ ਸੰਸਾਰ ਦੇ ਪਦਾਰਥਾਂ ਵੱਲੋਂ ਰੱਜ ਜਾਂਦਾ ਹੈ। ਦੁਨੀਆ ਦੇ ਪਦਾਰਥਾਂ ਵੱਲੋਂ ਉਹਨਾਂ ਗੁਰਸਿੱਖਾਂ ਨੂੰ ਤ੍ਰਿਪਤੀ ਆ ਜਾਂਦੀ ਹੈ। ਕਿਹਨਾਂ ਨੂੰ? ਜਿਨ੍ਹਾਂ ਦੇ ਹਿਰਦੇ ਅੰਦਰ ਸਾਧ ਸੰਗਤ ਜੀ ਹਿਰਦੇ ਰੂਪੀ ਖੇਤੀ ਅੰਦਰ ਬਹੁਤ ਵੱਡੇ ਭਗਤੀ ਦੇ ਬੋਲ ਲੱਗ ਗਏ ਹਨ। ਸਾਰੇ ਪਾਸੋਂ ਉਹਨਾਂ ਨੂੰ ਤ੍ਰਿਪਤੀ ਆ ਜਾਂਦੀ ਹੈ, ਕੇਵਲ ਨਾਮ ਨੂੰ ਹੀ ਜਪਦੇ ਹਨ ਜੀ। ਗੁਰ ਕਾ ਸ਼ਬਦ ਅੰਮ੍ਰਿਤ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਆ ਨਾ, ਇਹ ਭਾਈ ਅੰਮ੍ਰਿਤ ਰੂਪ ਹੈ। ਗੁਰੂ ਦੇ ਸ਼ਬਦ ਦਾ ਅਭਿਆਸ ਕਰਨ ਕਰਕੇ ਜੀਵ ਨੂੰ ਸਾਧ ਸੰਗਤ ਜੀ ਜਨਮ ਤੇ ਮਰਨ ਜਿਹੜਾ ਹੈ ਕੱਟਿਆ ਜਾਂਦਾ ਹੈ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਨੇ ਤੇ ਸ਼ਬਦ ਦੀ ਵਿਚਾਰ ਹੋ ਰਹੀ ਹੈ। ਪਿਰਥਾ ਖੇਡਾ ਦਰਸ਼ਨ ਆਸੂ, ਚੱਲ ਆਏ ਸ਼੍ਰੀ ਨਾਨਕ ਪਾਸੂ। ਭਾਈ ਪਿਰਥਾ ਜੀ, ਭਾਈ ਖੇਡਾ ਜੀ ਇੱਕ ਆਸ ਲੈ ਕੇ ਆਏ ਨੇ। ਆਸ ਕੀ ਹੈ? ਮਹਾਰਾਜ ਜੀ ਦੇ ਦਰਸ਼ਨਾਂ ਦੀ। ਆਏ ਨੇ, ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਤੇ ਸਾਧ ਸੰਗਤ ਜੀ ਸੰਗਤ ਵਿੱਚ ਬੈਠ ਗਏ ਨੇ। ਗੁਰੂ ਨਾਨਕ ਸਾਹਿਬ ਜੀ ਸ਼ਬਦ ਦੀ ਵਿਚਾਰ ਕਰ ਰਹੇ ਨੇ। ਸ਼ਬਦ ਵਿਚਾਰ ਸੁਣਿਓ ਜਬ ਦੋਈ, ਹਿਰਦੈ ਸ਼ਾਂਤ ਪ੍ਰਾਪਤ ਹੋਈ। ਭਾਈ ਪਿਰਥਾ ਤੇ ਭਾਈ ਖੇਡਾ ਸ਼ਬਦ ਦੀ ਵਿਚਾਰ ਨੂੰ ਸੁਣਦੇ ਨੇ, ਉਹਨਾਂ ਦੇ ਹਿਰਦੇ ਸ਼ਾਂਤ ਹੋ ਜਾਂਦੇ ਨੇ, ਠੰਡੇ ਹੋ ਜਾਂਦੇ ਨੇ। ਸਮਾਪਤੀ ਹੁੰਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖੋ ਤੁਹਾਡੇ ਮਨ ਅੰਦਰ ਕੀ ਮਨੋਰਥ ਹੈ, ਕੀ ਤੁਹਾਡਾ ਸੰਕਲਪ ਹੈ, ਕੀ ਤੁਹਾਡੀ ਇੱਛਾ ਹੈ, ਉਹ ਅਸੀਂ ਪੂਰੀ ਕਰ ਦਿੰਦੇ ਹਾਂ। ਕਹਿਣ ਲੱਗੇ, ਮਹਾਰਾਜ ਜੇ ਤੁੱਠੇ ਹੋ ਨਾ, ਐਸੀ ਕਿਰਪਾ ਕਰ ਦਿਓ ਕਿ ਤੁਹਾਡੇ ਸਰੀਰ ਤੋਂ ਅਸੀਂ ਦੂਰ ਨਾ ਹੋਈਏ, ਤੁਹਾਡੇ ਚਰਨਾਂ ਤੋਂ ਦੂਰ ਨਾ ਹੋਈਏ। ਸਤਿਗੁਰੂ ਮਹਾਰਾਜ ਜੀ ਨੇ ਕਮਾਲ ਦੇ ਬਚਨ ਕਹੇ। ਭਾਈ ਪਿਰਥਾ ਤੇ ਭਾਈ ਖੇਡਾ ਜੀ, ਸਰੀਰ ਅੱਜ ਵਿਖਦੇ ਪਏ ਹਨ, ਕੱਲ੍ਹ ਨੂੰ ਨਹੀਂ ਰਹਿਣਗੇ। ਸ਼ਬਦ ਜਿਹੜਾ ਹੈ ਉਹ ਹਮੇਸ਼ਾ ਅਟਲ ਹੈ। ਮਿਲੈ ਸਰੀਰ ਸੇ ਬਿਛਰ ਜਾਹੀ, ਮਿਲੈ ਸ਼ਬਦ ਨਾ ਬਿਛਰ ਨ ਪਾਹੀ। ਗੁਰੂ ਕੇ ਸਿੱਖੋ, ਸ਼ਬਦ ਦੀ ਕਮਾਈ ਕਰੋ, ਵਾਹਿਗੁਰੂ ਨਾਮ ਦਾ ਅਭਿਆਸ ਕਰੋ, ਤੁਸੀਂ ਕਦੀ ਵਿਛੜੋਗੇ ਨਹੀਂ। ਤੇ ਭਾਈ ਪਿਰਥਾ ਜੀ ਨੇ, ਭਾਈ ਖੇਡਾ ਜੀ ਨੇ ਸਿੱਖਿਆ ਲਈ ਤੇ ਸਾਧ ਸੰਗਤ ਜੀ ਸੱਚੇ ਨਾਮ ਦੀ ਬਹੁਤ ਕਮਾਈ ਕੀਤੀ। ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਗੁਰੂ ਦੇ ਅੰਦਰ ਅਪੇਤ ਹੋ ਗਏ। ਇਸ ਕਰਕੇ ਗਰੀਬ ਨਵਾਜ ਕਹਿੰਦੇ, ਗੁਰੂ ਦਾ ਜਿਹੜਾ ਸ਼ਬਦ ਹੈ ਇਹ ਭਾਈ ਮੌਤ ਤੋਂ ਰਹਿਤ ਕਰਨ ਵਾਲਾ ਹੈ। ਜਿਤ ਪੀਤਾ ਤਿਖ ਜਾਏ। ਜਿਸ ਨਾਮ ਨੂੰ ਕਹਿੰਦੇ ਪੀਤੇ, ਨਾਮ ਛਕਣ ਕਰਕੇ ਸਾਰੀ ਜਿਹੜੀ ਤਿਪ ਨਾਮ ਹੁੰਦਾ ਹੈ ਤ੍ਰਿਸ਼ਨਾ ਦਾ, ਤਿਪ ਨਾਮ ਹੁੰਦਾ ਹੈ ਪਿਆਸ ਦਾ, ਤਿਖ ਨਾਮ ਪਿਆਸ ਦਾ ਹੈ। ਜਿੰਨੀ ਵੀ ਪਿਆਸ ਹੈ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਨੂੰ ਛਕਣ ਕਰਕੇ ਦੂਰ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਹੋ ਮਨ ਸਾਚਾ ਸੱਚ ਰਤਾ। ਫਿਰ ਐਸੀ ਸਤਿਗੁਰੂ ਜੀ ਕਹਿੰਦੇ ਉਸ ਗੁਰਸਿੱਖ ਤੇ ਕਿਰਪਾ ਹੋ ਜਾਂਦੀ ਹੈ ਜਿਹਦੇ ਮਨ ਅੰਦਰ ਸੱਚੇ ਨਾਮ ਦਾ ਨਿਵਾਸ ਹੋ ਚੁੱਕਾ ਹੈ, ਦੁਨੀਆ ਦੇ ਵੱਲੋਂ ਸਾਰੀ ਪਿਆਸ ਖਤਮ ਹੋ ਚੁੱਕੀ ਹੈ ਤੇ ਉਸ ਗੁਰਸਿੱਖ ਤੇ ਐਸੀ ਕਿਰਪਾ ਹੁੰਦੀ ਹੈ, ਇਹੋ ਮਨ, ਉਹਦਾ ਇਹ ਜਿਹੜਾ ਮਨ ਹੈ ਸੱਚੇ ਨਾਮ ਦੇ ਅੰਦਰ ਸਾਧ ਸੰਗਤ ਜੀ ਭਿੱਜ ਜਾਂਦਾ ਹੈ, ਜੁੜ ਜਾਂਦਾ ਹੈ। ਸੱਚੇ ਰਹਿਆ ਸਮਾਏ। ਅਤੇ ਸੱਚੇ ਨਾਮ ਦੇ ਅੰਦਰ ਹੀ ਉਹ ਗੁਰਸਿੱਖ ਜਿਹੜੇ ਹਨ ਸਮਾ ਜਾਂਦੇ ਹਨ, ਨਾਮ ਦੀ ਸਾਧਨਾ ਕਰਦੇ ਵਾਹਿਗੁਰੂ ਦੇ ਅੰਦਰ ਅਪੇਦ ਹੋ ਜਾਂਦੇ ਹਨ। ਇੱਕ ਵਿਦਵਾਨ ਦੇ ਮੈਨੂੰ ਬੋਲ ਯਾਦ ਆਏ। ਉਹ ਲਿਖਦਾ ਹੈ ਕਿ ਲੂਣ ਦੀ ਡਲੀ ਹੈ, ਕਹਿ ਲੱਗੀ ਮੈਂ ਸਮੁੰਦਰ ਦਾ ਅੰਤ ਲੈ ਕੇ ਆਵਾਂਗੀ। ਚਲੀ ਪੂਤਰੀ ਲੂਣ ਕੀ ਥਾਹ ਸਿੰਧ ਕੀ ਲੈਣ, ਅਨਾਥ ਆਪ ਆਪੇ ਪਈ ਪਲਟ ਕਹੇ ਕੋ ਬੈਨ। ਅਨਾਥ ਉਸ ਵਿਦਵਾਨ ਦਾ ਨਾਮ ਹੈ
ਤੇ ਗ੍ਰੰਥ ਦਾ ਨਾਮ ਹੈ ਵਿਚਾਰਮਾਲਾ। ਲੂਣ ਦੀ ਡਲੀ ਕਹਿਣ ਲੱਗੀ ਕਿ ਮੈਂ ਸਮੁੰਦਰ ਦਾ ਅੰਤ ਲੈਣ ਵਾਸਤੇ ਚੱਲੀ ਹਾਂ। ਜਦੋਂ ਸਮੁੰਦਰ ਦੇ ਅੰਦਰ ਗਈ, ਪਲਟ ਕਹੇ ਕੋ ਬੈਨ, ਪਲਟ ਨਾਮ ਪਰਤ ਕੇ ਕਿਸ ਨੂੰ ਕਹੇ ਕਿ ਸਮੁੰਦਰ ਇੰਨਾ ਡੂੰਘਾ ਹੈ। ਇਸੇ ਤਰ੍ਹਾਂ ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਨੇ, ਮਹਾਂਪੁਰਖ ਨੇ, ਗੁਰਸਿੱਖ ਨੇ, ਉਹ ਨਾਮ ਰੂਪੀ ਸਮੁੰਦਰ ਦੇ ਅੰਦਰ ਟੁੱਬੀ ਮਾਰਦੇ ਨੇ। ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਰਹਿਆ ਸਮਾਏ, ਉਹ ਸਾਧ ਸੰਗਤ ਜੀ ਵਾਹਿਗੁਰੂ ਦੇ ਅੰਦਰ ਹੀ ਸਮਾ ਜਾਂਦੇ ਨੇ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਕੋਈ ਪਛਾਣ ਨਹੀਂ ਸਕਦਾ ਕਿ ਇਹ ਭਗਤ ਕਬੀਰ ਸਾਹਿਬ ਜੀ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ। ਕਲਗੀਧਰ ਪਿਤਾ ਮਹਾਰਾਜ ਕਹਿੰਦੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਹੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਸ ਗੁਰ ਸਿੱਖ ਨੇ, ਮਹਾਂਪੁਰਖ ਨੇ, ਭਗਤ ਸਾਹਿਬਾਨ ਨੇ ਸ਼ਬਦ ਦੀ ਕਮਾਈ ਕੀਤੀ ਹੈ, ਨਾਮ ਦੀ ਕਮਾਈ ਕੀਤੀ ਹੈ, ਨਾਮ ਦੀ ਕਮਾਈ ਨੂੰ ਕਰਦਿਆਂ ਕਰਦਿਆਂ ਸੱਚੇ ਰਹਿਆ ਸਮਾਏ, ਉਹ ਸੱਚੇ ਵਾਹਿਗੁਰੂ ਦੇ ਅੰਦਰ ਸਮਾ ਜਾਂਦੇ ਹਨ, ਅਪੇਦ ਹੋ ਜਾਂਦੇ ਹਨ ਜੀ। ਆਖਣ ਵੇਖਣ ਬੋਲਣਾ ਸਭ ਦੇ ਰਹਿਆ ਸਮਾਏ। ਉਹ ਜਿਹੜੇ ਗੁਰਸਿੱਖ ਨੇ ਆਪਣੀ ਜੀਭਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਆਖਦੇ ਨੇ, ਫਿਰ ਸਾਧ ਸੰਗਤ ਜੀ ਨੇਤਰਾਂ ਦੇ ਨਾਲ ਸਾਰੇ ਪਾਸੇ ਵਾਹਿਗੁਰੂ ਨੂੰ ਹੀ ਵੇਖਦੇ ਹਨ। ਸਾਰੇ ਪਾਸੇ ਉਹਨਾਂ ਨੂੰ ਵਾਹਿਗੁਰੂ ਹੀ ਸਮਾਇਆ ਹੋਇਆ ਨਜ਼ਰ ਆਉਂਦਾ ਹੈ। ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਨੂੰ ਪੜ੍ਹੀਏ ਨਾ, ਉਹਨਾਂ ਨੇ ਕਮਾਲ ਦੇ ਬਚਨ ਵਰਤੇ ਨੇ, ਕਿਉਂਕਿ ਉਹਨਾਂ ਦੀ ਐਸੀ ਅਵਸਥਾ ਹੈ। ਇਸ ਅਵਸਥਾ ਦਾ ਜ਼ਿਕਰ ਗੁਰੂ ਅਮਰਦਾਸ ਮਹਾਰਾਜ ਕਰ ਰਹੇ ਨੇ ਕਿ ਜਿਹੜੇ ਜੀਭਾ ਦੇ ਨਾਲ ਨਾਮ ਨੂੰ ਆਖਦੇ ਨੇ, ਫਿਰ ਸਾਰੇ ਪਾਸੇ ਵਾਹਿਗੁਰੂ ਨੂੰ ਵੇਖਦੇ ਨੇ। ਤੇ ਭਾਈ ਨੰਦ ਲਾਲ ਕਹਿੰਦੇ ਰੂਹ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਜਿਵੇਂ ਭਾਈ ਕਨ੍ਹਈਆ ਦੀ ਅਵਸਥਾ ਬਣੀ, ਉਹਨਾਂ ਨੂੰ ਮੁਗਲਾਂ ਦੇ ਵਿੱਚੋਂ ਕਲਗੀਧਰ ਪਿਤਾ ਮਹਾਰਾਜ ਜੀ ਦੇ ਦਰਸ਼ਨ ਹੋਏ, ਪਹਾੜੀਆਂ ਦੇ ਵਿੱਚੋਂ ਮਹਾਰਾਜ ਜੀ ਦੇ ਦਰਸ਼ਨ ਹੋਏ। ਉਹਨਾਂ ਨੇ ਬਚਨ ਵੀ ਕਹੇ, ਕਲਗੀਧਰ ਪਿਤਾ ਮਹਾਰਾਜ ਕੌਣ ਪਹਾੜੀ ਮਹਿਰ ਕੋ ਦੂਜਾ, ਜਹ ਤੈ ਕਰੈ ਆਪ ਕੀ ਪੂਜਾ। ਸਾਰੇ ਪਾਸੇ ਕਲਗੀਧਰ ਪਿਤਾ ਤੁਹਾਡੀ ਪੂਜਾ ਹੋ ਰਹੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਸਭ ਦੇ ਰਹਿਆ ਸਮਾਏ, ਉਹਨਾਂ ਨੂੰ ਸਾਰੇ ਪਾਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਮਾਏ ਹੋਏ ਨਜ਼ਰ ਆਉਂਦੇ ਨੇ। ਉਹ ਤੇ ਆਖਦੇ ਨੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਈ ਛਡਾਈ। ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਜੀ। ਬਾਣੀ ਵੱਜੀ ਚਹ ਜੋਗੀ, ਸੱਚੋ ਸੱਚ ਸੁਣਾਏ। ਫਿਰ ਉਹਨਾਂ ਗੁਰਸਿੱਖਾਂ ਦੀ, ਉਹਨਾਂ ਭਗਤਾਂ ਦੀ ਜਿਹੜੀ ਸਾਧ ਸੰਗਤ ਜੀ ਉਪਦੇਸ਼ ਰੂਪੀ ਬਾਣੀ ਹੈ, ਉਹ ਚਾਰਾਂ ਹੀ ਯੁੱਗਾਂ ਦੇ ਅੰਦਰ ਵੱਜੀ ਨਾਮ ਪ੍ਰਗਟ ਹੋ ਜਾਂਦੀ ਹੈ। ਕਿਵੇਂ ਪ੍ਰਗਟ ਹੁੰਦੀ ਹੈ? ਭਾਵੇਂ ਉਹ ਸਤਯੁਗ ਹੈ, ਤ੍ਰੇਤਾ ਹੈ, ਕਲਯੁਗ ਹੈ। ਜਦੋਂ ਵੀ ਸਾਧ ਸੰਗਤ ਜੀ ਭਗਤ ਸਾਹਿਬਾਨ ਹੋਏ, ਅੱਜ ਵੀ ਉਹਨਾਂ ਨੂੰ ਯਾਦ ਕਰ ਰਹੇ ਹਾਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਭਗਤਾਂ ਦੀ, ਗੁਰਸਿੱਖਾਂ ਦੀ ਜਿਹੜੀ ਬਾਣੀ ਹੈ ਉਪਦੇਸ਼ ਰੂਪੀ, ਚਾਰਾਂ ਹੀ ਯੁੱਗਾਂ ਦੇ ਅੰਦਰ ਜਾਂ ਇਹ ਸਾਰੇ ਹੀ ਯੁੱਗਾਂ ਦੇ ਅੰਦਰ ਭਾਈ ਪ੍ਰਗਟ ਹੋ ਜਾਂਦੀ ਹੈ। ਸੱਚੋ ਸੱਚ ਸੁਣਾਏ, ਕਿਉਂਕਿ ਜਿਹੜੇ ਗੁਰਸਿੱਖ ਨੇ, ਨਾਮ ਦੀ ਕਮਾਈ ਕਰਨ ਵਾਲੇ, ਉਹ ਕੇਵਲ ਤੇ ਕੇਵਲ ਸੱਚ ਦਾ ਹੀ ਉਪਦੇਸ਼ ਸੁਣਾਉਂਦੇ ਹਨ ਲੋਕਾਈ ਨੂੰ ਜੀ। ਹਮੈ ਮੇਰਾ ਰਹਿ ਗਿਆ। ਫਿਰ ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਕਿਉਂਕਿ ਹਉਮੈ ਨੂੰ ਖਤਮ ਕਰਨਾ ਬੜਾ ਔਖਾ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਗੁਰਸਿੱਖਾਂ ਦੀ ਹਉਮੈ ਵੀ ਖਤਮ ਹੋ ਜਾਂਦੀ ਹੈ। ਹਉ ਹਉ ਮੈਂ ਵਿੱਚੋਂ ਖੋਵੈ, ਦੂਜਾ ਮਿਟੈ ਏਕੋ ਹੋਵੈ। ਹਉਮੈ ਖਤਮ ਹੋ ਜਾਂਦੀ ਹੈ, ਦਵੈਸ਼ ਪਾਪ ਖਤਮ ਹੋ ਜਾਂਦੀ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਉਹਨਾਂ ਦੀ ਬਿਰਤੀ, ਉਹਨਾਂ ਦੀ ਸੁਰਤੀ ਜਿਹੜੀ ਹੈ ਸਾਧ ਸੰਗਤ ਜੀ ਜੁੜ ਜਾਂਦੀ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਭਾਈ ਸੱਚੇ ਰਹਿਆ, ਸੱਚੇ ਵਾਹਿਗੁਰੂ ਦੇ ਨਾਮ ਦੇ ਅੰਦਰ ਹਉਮੈ ਮੇਰਾ ਰਹਿ ਗਿਆ, ਹਉਮੈ ਉਹਨਾਂ ਦੀ ਖਤਮ ਹੋ ਜਾਂਦੀ ਹੈ। ਤੇ ਗਰੀਬ ਨਿਵਾਜ ਕਹਿੰਦੇ ਸੱਚੇ ਲਿਆ ਮਿਲਾਏ, ਤੇ ਵਾਹਿਗੁਰੂ ਉਹਨਾਂ ਤੇ ਕਿਰਪਾ ਕਰਦਾ ਹੈ। ਜਿਨ੍ਹਾਂ ਦੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਹੈ, ਉਹਨਾਂ ਨੂੰ ਵਾਹਿਗੁਰੂ ਜੀ ਆਪਣੇ ਅੰਦਰ ਅਪੇਦ ਕਰ ਲੈਂਦੇ ਹਨ ਜੀ। ਤਿੰਨ ਕੋ ਮਹਿਲ ਹਦੂਰ ਹੈ। ਫਿਰ ਉਹਨਾਂ ਮਹਾਂਪੁਰਖਾਂ ਦੇ ਵਾਸਤੇ, ਉਹਨਾਂ ਗੁਰਸਿੱਖਾਂ ਦੇ ਵਾਸਤੇ ਮਹਿਲ ਨਾਮ ਹੁੰਦਾ ਹੈ ਸਰੂਪ ਦਾ। ਗੁਰੂ ਜੀ ਦਾ ਜਿਹੜਾ ਸਰੂਪ ਹੈ
ਹਦੂਰ ਨਾਮ ਉਹਨਾਂ ਦੇ ਨੇੜੇ ਹੈ। ਨੇੜੇ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਉਹ ਤੇ ਆਖਦੇ ਨੇ ਜਹ ਜਹ ਪੇਖੋ ਤਹ ਹਜੂਰ, ਦੂਰ ਕਤਹਿ ਨਾ ਜਾਈ। ਰਬ ਰਹਿਆ ਸਰਬੱਤਰ ਮੈਂ, ਮਨ ਸਦਾ ਤੇ ਆਈ। ਕੇਸਰ ਬੱਤਰ ਦੇਸੈ, ਕੇਸਰ ਬੱਤਰ ਪੇਸੈ। ਉਹ ਸਾਰਿਆਂ ਦੇਸ਼ਾਂ ਦੇ ਵਿੱਚ ਹੈ, ਸਾਰਿਆਂ ਪੇਖਾਂ ਦੇ ਵਿੱਚ ਹੈ, ਸਾਰਿਆਂ ਲਿਬਾਸਾਂ ਦੇ ਵਿੱਚ ਹੈ। ਤਿਨਕੋ ਮਹਿਲ ਹਦੂਰ ਹੈ। ਉਹਨਾਂ ਦੇ ਵਾਸਤੇ ਮਹਾਰਾਜ ਜੀ ਦਾ ਸਰੂਪ ਨੇੜੇ ਹੈ ਜੀ। ਜੋ ਸੱਚ ਰਹੇ ਲਿਵ ਲਾਏ। ਕਿਹਨਾਂ ਦੇ ਵਾਸਤੇ? ਜਿਨ੍ਹਾਂ ਨੇ ਆਪਣੀ ਬਿਰਤੀ ਨੂੰ ਸੱਚੇ ਨਾਮ ਦੇ ਅੰਦਰ ਸਾਧ ਸੰਗਤ ਜੀ ਜੋੜਨਾ ਕੀਤਾ ਹੈ। ਨਦਰੀ ਨਾਮ ਧਿਆਈ ਹੈ। ਨਦਰੀ ਸ਼ਬਦ ਜਿਹੜਾ ਹੈ ਸਾਧ ਸੰਗਤ ਜੀ ਫਾਰਸੀ ਦਾ ਹੈ, ਤੇ ਨਦਰੀ ਨਾਮ ਹੈ ਮਿਹਰ ਦਾ, ਕਿਰਪਾ ਦਾ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹੀ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਜਿੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਨਦਰੀ ਨਾਮ ਧਿਆਈ ਹੈ। ਵਾਹਿਗੁਰੂ ਦੀ ਮਿਹਰ ਹੋਵੇ ਨਾ, ਫਿਰ ਹੀ ਜੀਵ ਪ੍ਰਾਣੀ ਨਾਮ ਨੂੰ ਧਿਆਉਂਦਾ ਹੈ। ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਪੰਜ। ਉਹ ਤੇ ਆਖਦੇ ਨੇ ਸਤਿਗੁਰੂ ਜੀ ਤੁਹਾਡੀ ਕਿਰਪਾ ਹੋ ਰਹੀ ਹੈ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਉਹ ਤੇ ਆਖਦੇ ਨੇ ਸਾਡੇ ਅੰਦਰ ਚਾਓ ਹੈ, ਪਰਮਾਤਮਾ ਤੇਰਾ ਨਾਮ ਕਦੀ ਵਿਸਰੇ ਨਾ। ਆਠ ਪਹਿਰ ਸਾਲਾਹੇ ਸਿਰਜਨਹਾਰ ਤੂੰ, ਜੀਵਾਂ ਤੇਰੀ ਦਾਤ ਕਿਰਪਾ ਕਰਹਿ ਮੂੰ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦੀ ਮਿਹਰ ਹੋਵੇ ਫਿਰ ਪ੍ਰਾਣੀ ਨਾਮ ਨੂੰ ਧਿਆਉਂਦਾ ਹੈ। ਵਿਣ ਕਰਮਾ ਪਾਇਆ ਨਾ ਜਾਏ। ਭਾਈ ਬਿਨਾਂ ਕਰਮਾਂ ਤੋਂ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਪੂਰਾ ਭਾਗ ਸਤ ਸੰਗਤ ਲਹੈ। ਜਿਨ੍ਹਾਂ ਗੁਰਸਿੱਖਾਂ ਦੇ ਵੱਡੇ ਭਾਗ ਹਨ ਉਹਨਾਂ ਨੂੰ ਭਾਈ ਸਤ ਸੰਗਤ ਦੀ ਦਾਤ ਮਿਲਦੀ ਹੈ। ਵੱਡਾ ਭਾਗ ਭੇਟੈ ਗੁਰਦੇਵਾ। ਤੇ ਗਰੀਬ ਨਵਾਜ ਕਹਿੰਦੇ ਵੱਡਿਆਂ ਭਾਗਾਂ ਕਰਕੇ ਗੁਰੂ ਕੀ ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰ ਭੇਟੈ ਜਿਸ ਆਏ। ਭੇਟੈ ਨਾਮ ਹੁੰਦਾ ਹੈ ਮਿਲਣ ਦਾ। ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਪਿਆ ਪ੍ਰਗਾਸਾ। ਭੇਟਿਓ ਨਾਮ ਮਿਲਣ ਦਾ। ਜਦੋਂ ਗੁਰੂ ਮਿਲ ਜਾਵੇ ਤੇ ਹਿਰਦੇ ਵਿੱਚ ਗਿਆਨ ਵੀ ਹੋ ਜਾਂਦਾ ਹੈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਜੀ। ਅਣ ਦਿਨ ਨਾਮੇ ਰਤਿਆ। ਫਿਰ ਜਿੱਤੇ ਗੁਰੂ ਦੀ ਕਿਰਪਾ ਹੋ ਗਈ ਉਹ ਰਾਤ ਦਿਨ ਸਾਧ ਸੰਗਤ ਜੀ ਨਾਮ ਅੰਦਰ ਭਿੱਜ ਜਾਂਦੇ ਹਨ, ਜੁੜ ਜਾਂਦੇ ਹਨ। ਦੁੱਖ ਵਿਖਿਆ ਵਿੱਚੋਂ ਜਾਏ। ਉਹਨਾਂ ਦੇ ਹਿਰਦੇ ਵਿੱਚੋਂ ਸਾਧ ਸੰਗਤ ਜੀ ਵਿਖ ਨਾਮ ਵਿਕਾਰਾਂ ਦਾ ਦੁੱਖ ਖਤਮ ਹੋ ਜਾਂਦਾ ਹੈ। ਵਿਖ ਨਾਮ ਮਾਇਆ ਦਾ। ਇਹ ਜਿਹੜੇ ਦੁੱਖ ਹਨ ਉਹਨਾਂ ਗੁਰਸਿੱਖਾਂ ਦੇ ਖਤਮ ਹੋ ਜਾਂਦੇ ਹਨ ਜੀ। ਨਾਨਕ ਸ਼ਬਦ ਮਿਲਾਵੜਾ। ਗਰੀਬ ਨਵਾਜ ਕਹਿੰਦੇ ਗੁਰਸਿੱਖੋ ਜੇ ਸਾਨੂੰ ਮਿਲਣਾ ਚਾਹੁੰਦੇ ਹੋ ਤੇ ਸ਼ਬਦ ਦਾ ਅਭਿਆਸ ਕਰੋ। ਸ਼ਬਦ ਦੇ ਅਭਿਆਸ ਕਰਕੇ ਸਾਡਾ ਮਿਲਾਪ ਹੁੰਦਾ ਹੈ। ਨਾਮੇ ਨਾਮ ਸਮਾਏ। ਨਾਮੀ ਪਰਮਾਤਮਾ ਦੇ ਨਾਮ ਦੀ ਕਮਾਈ ਕਰਕੇ ਪ੍ਰਾਣੀ ਨਾਮ ਦੇ ਅੰਦਰ ਸਮਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਧੰਨਵਾਦ ਅਤੇ ਬਹੁਤ ਹੀ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ ਜੀ, ਉਹਨਾਂ ਦਾ ਵੀ ਧੰਨਵਾਦ। ਕੋਟਾਨ ਕੋਟ ਧੰਨਵਾਦ। ਦੀਨ ਦੁਨੀਆ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਅਨ ਦਿਨ ਨਾਮੇ ਰਤਿਆ, ਦੁੱਖ ਵਿਖਿਆ ਵਿੱਚੋਂ ਜਾਏ। ਨਾਨਕ ਸ਼ਬਦ ਮਿਲਾਵੜਾ, ਨਾਮੇ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।